ਵੈਤ ਸਿਧਾਂਤ ਹੈ। ਇਸ ਕਰਕੇ ਇਹਨਾਂ ਚੀਜ਼ਾਂ ਦੀ ਕਈ ਚੀਜ਼ਾਂ ਜਿਹੜੀਆਂ ਐਸੀਆਂ ਵੀ ਆਉਣਗੀਆਂ ਵਿੱਚ ਜਿਹੜੀਆਂ ਤੁਸੀਂ ਕਹੋਗੇ ਇਹ ਨਹੀਂ ਸਾਨੂੰ ਚੰਗੀਆਂ ਲੱਗੀਆਂ, ਨਹੀਂ ਚੰਗੀਆਂ ਲੱਗਣ ਦੀ ਗੱਲ ਨਹੀਂ ਹੁੰਦੀ। ਹੁਣ ਇਉਂ ਤਾਂ ਅਸੀਂ ਸਿਰਫ ਆਪਣਾ ਹੀ ਧਰਮ ਪੜ੍ਹ ਸਕਦੇ ਨਹੀਂ ਤਾਂ ਸਾਰੀਆਂ ਹੀ ਪੁਸਤਕਾਂ ਪੜ੍ਹਦੇ, ਹਰੇਕ ਧਰਮ ਦੀਆਂ ਪੜ੍ਹਨੀਆਂ ਪੈਂਦੀਆਂ। ਜਾਣਕਾਰੀ ਤਾਂ ਹੋਣੀ ਚਾਹੀਦੀ ਹੈ ਨਾ ਬੰਦੇ ਨੂੰ। ਜੇ ਜਾਣਕਾਰੀ ਹੋਵੇਗੀ ਤਾਂ ਆਪਾਂ ਦੂਜਿਆਂ ਨੂੰ ਵੀ ਤਾਂ ਸੋਹਣੇ ਜਵਾਬ ਦੇ ਸਕਦੇ ਹਾਂ। ਜੇ ਆਪਾਂ ਨੂੰ ਦੂਜੇ ਦੇ ਧਰਮ ਬਾਰੇ ਹੀ ਨਹੀਂ ਗਿਆਨ, ਆਪਾਂ ਉਹਨੂੰ ਜਵਾਬ ਕੀ ਦੇ ਸਕਦੇ ਹਾਂ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਗਿਆਨ ਸਾਰਾ ਰੱਖੋ ਪਰ ਭਰੋਸਾ ਕੇਵਲ ਇੱਕ ਓੰਕਾਰ ਤੇ ਹੀ ਰੱਖੋ। ਆਓ ਪਿਆਰ ਸਤਿਕਾਰ ਨਾਲ ਇੱਕ ਓੰਕਾਰ ਦਾ ਭਾਵ ਵਾਹਿਗੁਰੂ ਦਾ ਜਾਪ ਕਰੀਏ। ਸਤਿਗੁਰੂ ਕਿਰਪਾ ਕਰਨ। ਫੇਰ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਣ 6ਵੇਂ ਪਾਤਸ਼ਾਹ ਮਹਾਰਾਜ ਦੇ ਅਵਤਾਰ ਦੀਆਂ। ਸਾਰੀਆਂ ਸੰਗਤਾਂ ਬਈ ਕੜਾਹ ਪ੍ਰਸ਼ਾਦ ਦੀ ਦੇਗ ਜ਼ਰੂਰ ਕਰਾਓ, ਘਰ ਬਣਾਓ ਦੇਗ, ਪਾਠ ਕਰੋ, ਬਾਹਰ ਪ੍ਰਸ਼ਾਦਾ ਬਾਅਦ ਵਿੱਚ ਵਰਤਣਾ। ਔਰ ਨਾਲ ਨਾਲ ਇੱਕ ਮੇਰੀ ਬੇਨਤੀ, ਜੇ ਸੰਗਤਾਂ ਪ੍ਰਵਾਨ ਕਰ ਲੈਣ, ਮੇਰਾ ਕੋਈ ਜ਼ੋਰ ਤਾਂ ਹੈ ਨਹੀਂ ਤੁਹਾਡੇ ਅੱਗੇ, ਮੇਰੀ ਤਾਂ ਬੇਨਤੀ ਹੋਈ ਜੇ ਪ੍ਰਵਾਨ ਕਰ ਲਓਗੇ। ਜੇ ਤੁਸੀਂ ਇਸ ਤੋਂ ਵੀ 10 ਗੁਣਾ ਜ਼ਿਆਦਾ ਰਸ ਲੈਣਾ ਜਾਂ 100 ਗੁਣਾ ਵੱਧ ਰਸ ਲੈਣਾ ਸੰਗਤ ਨੇ, ਤਾਂ ਇੱਕ ਕਿਰਪਾ ਕਰ ਦਿਓ ਮੇਰੇ ਤੇ। ਜਿੰਨੇ ਦਿਨ ਜਪਜੀ ਸਾਹਿਬ ਦੀ ਕਥਾ ਚੱਲੇ ਉਹਨੇ ਦਿਨ ਤੁਸੀਂ ਇੱਕ ਜਪਜੀ ਸਾਹਿਬ ਦਾ ਪਾਠ ਵੱਧ ਕਰੀ ਜਾਣਾ ਆਪਣੇ ਨਿਤਨੇਮ ਤੋਂ। ਕਾਹਦੇ ਲਈ? ਉਹ ਤੁਹਾਡੀ ਸਹਾਇਤਾ ਮੈਨੂੰ ਪਹੁੰਚੇਗੀ। ਤੁਸੀਂ ਬੇਨਤੀ ਕਰਦੇ ਹੋ ਮਹਾਰਾਜ ਸੱਚੇ ਪਾਤਸ਼ਾਹ, ਕਿਉਂ ਇਹ ਸਮੁੰਦਰ ਬੜਾ ਅਗਾਧ ਬੋਧ ਹੈ, ਮੈਨੂੰ ਤਾਂ ਕੋਈ ਸਮਝ ਤਾਂ ਲੱਗਦੀ ਨਹੀਂ, ਨਾ ਤਾਂ ਮੇਰੀ ਇੰਨੀ ਬੁੱਧੀ ਹੈ। ਇਸ ਕਰਕੇ ਮੈਂ ਤਾਂ ਸੰਗਤ ਅੱਗੇ ਹੀ ਬੇਨਤੀ ਕਰਦਾ, ਸੰਗਤ ਮਹਾਰਾਜ ਅੱਗੇ ਬੇਨਤੀ ਕਰੇਗੀ, ਮਹਾਰਾਜ ਮੈਨੂੰ ਬੁੱਧੀ ਦੇਣ, ਜਿੰਨੀ ਵੀ ਵੱਧ ਤੋਂ ਵੱਧ ਆਪਾਂ ਵਿਆਖਿਆ ਖੋਲ ਕੇ ਕਰ ਸਕੀਏ, ਤਾਂ ਕਿ ਸੰਗਤ ਨੂੰ ਕੀ ਸੰਸਾਰ ਭਰ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਸਾਡੀ ਗੁਰਬਾਣੀ ਕਿੰਨੀ ਉੱਚੀ ਹੈ, ਕਿੰਨੀ ਮਹਾਨ ਹੈ, ਇੱਕ ਓੰਕਾਰ ਦਾ ਭਾਵ ਕੀ ਹੈ। ਫਿਰ ਆਪਣੇ ਮਨ ਦੇ ਅੰਦਰ ਹੋਰ ਵੱਧ ਸਤਿਕਾਰ ਪੈਦਾ। ਫਿਰ ਆਪਾਂ ਜਦੋਂ ਵੀ ਇੱਕ ਓੰਕਾਰ ਆਖਾਂਗੇ ਨਾ, ਜਦੋਂ ਵੀ ਜਪਜੀ ਸਾਹਿਬ ਆਰੰਭ ਕਰਾਂਗੇ, ਕਦੇ ਵੀ ਇੱਕ ਓੰਕਾਰ ਅੱਖਰ ਆ ਗਿਆ ਨਾ, ਤਾਂ ਆਪਣੇ ਮਨ ਦੇ ਅੰਦਰ ਆਪਣੇ ਆਪ ਹੀ ਸਤਿਕਾਰ ਆ ਜਾਣਾ ਇੱਕ ਓੰਕਾਰ ਪ੍ਰਤੀ। ਵਾਹਿਗੁਰੂ 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 ਵਾਹਿਗੁਰੂ। ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਕੱਲ ਦਾ ਆਪਣਾ ਪ੍ਰਸ਼ਨ ਚੱਲਦਾ ਸੀ ਇੱਕ ਓੰਕਾਰ ਉੱਤੇ। ਸਾਰੇ ਪ੍ਰਸ਼ਨ ਕਰਦਿਆਂ ਮਹਾਰਾਜ ਨੇ ਸਮਝਾ ਦਿੱਤਾ 63 ਪ੍ਰਕਾਰ ਦੇ ਭੇਦ ਹਨ। 7 ਮੱਤਾਂ ਵਾਲਿਆਂ ਨੇ 9 ਅਰਥ ਕੀਤੇ ਹਨ। ਸੋ ਬ੍ਰਹਮਾ ਜੀ ਨੇ 9 ਸਰੂਪ ਕਥਨ ਕੀਤੇ ਨੇ, ਕਪਲ ਮੁਨੀ, ਅਪਾਤਰ ਮੁਨੀ, ਸਨਕਾਦਿਕਾਂ ਨੇ ਆਪਣੇ। ਸੋ ਇਸੇ ਪ੍ਰਕਾਰ ਬ੍ਰਹਮਨਿਸ਼ਠਾਂ ਨੇ ਆਪਣੇ, ਸ਼ਿਵ ਮੱਤ ਵਾਲਿਆਂ ਨੇ, ਤੋ ਪੰਚਰਾਤਰ ਨਾਰਦ ਮੁਨੀ ਨੇ ਆਪਣੇ ਵੱਖਰੇ 9 ਸਰੂਪ ਦੱਸੇ ਨੇ। ਸੋ ਹੁਣ ਇਹਦੇ ਵਿੱਚ ਕਈ ਚੀਜ਼ਾਂ ਐਸੀਆਂ ਨੇ। ਮਾਤਰਾ ਆਪਾਂ ਕੱਲ ਦੇਖੀਆਂ ਸੀ ਵਿਆਕਰਣ ਅਨੁਸਾਰ ਆਕਾਰ, ਉਕਾਰ ਤੇ ਮਕਾਰ ਤੇ ਅਰਧ ਬਿੰਦ, ਕੁੰਡਲ, ਜਿਹੜਾ ਉੱਪਰਲੇ ਪਾਸੇ ਕੁੰਡਲ ਬਣਿਆ ਹੋਇਆ, ਜਿਹਨੂੰ ਆਪਾਂ ਪਰਮਾਤਮਾ ਰੂਪ ਕਿਹਾ। ਥੋੜਾ ਜਿਹਾ ਬਾਹਰ ਨੂੰ ਨਿਕਲ ਜਾਈਏ, ਦੂਜੇ ਕੀ ਮੰਨਦੇ ਨੇ? ਯਾਗਬਲਕ ਮੁਨੀ ਜਿਹੜਾ ਇਹਨੂੰ ਮੰਨਦਾ ਅਮਾਤਰਾ, ਉਹ ਕਹਿੰਦਾ ਕੋਈ ਮਾਤਰਾ ਨਹੀਂ ਹੈ, ਉਹਨੇ ਇਹਨੂੰ ਸਾਫ਼ ਹੀ ਕਰ ਦਿੱਤਾ। ਕਈ ਇਹਨੂੰ ਅੱਧੀ ਮਾਤਰਾ ਮੰਨਦੇ ਨੇ, ਕੋਈ 1 ਮੰਨਦਾ, ਕੋਈ 2 ਮੰਨਦਾ,
ਹੁਣ ਵੈਸ਼ਨਵ ਮੱਤ ਵਾਲੇ ਜਿਹੜੇ 2.5 ਮਾਤਰਾ ਮੰਨਦੇ ਨੇ, ਕਈ ਇਹਨੂੰ 3 ਮਾਤਰਾ ਮੰਨਦੇ ਨੇ, ਸਨਕਾਦਕ ਇਹਨੂੰ 3.5 ਮਾਤਰਾ 'ਚ ਮੰਨਦੇ ਨੇ, ਸਨਾਤਨ ਮੱਤ ਵਾਲੇ ਇਹਨੂੰ 4 ਮਾਤਰਾ ਮੰਨਦੇ ਨੇ, ਵਸ਼ਿਸ਼ਟ ਮੁਨੀ ਜੀ ਕਹਿੰਦੇ ਨਹੀਂ 4.5 ਮਾਤਰਾ, ਤੇ ਵਿਦਾਂਤ ਵਾਲੇ ਕਹਿੰਦੇ ਨੇ ਨਹੀਂ ਜਿਹੜਾ ਓਂਕਾਰ ਅੱਖਰ ਹੈ ਉਹ ਸਰਗੁਣ ਤੇ ਨਿਰਗੁਣ ਦੀ ਉਪਾਸਨਾ ਇਕੱਠੀ ਹੋਈ ਹੈ। ਦੇਖੋ ਮੰਨਣ ਵਿੱਚ ਫਰਕ ਹੈ, ਕੋਈ ਕਿਵੇਂ ਮੰਨਦਾ, ਕੋਈ ਕਿਵੇਂ ਮੰਨਦਾ, ਕੋਈ ਕਿਵੇਂ ਮੰਨਦਾ, ਆਪੋ ਆਪਣੀ। ਮਹਾਰਾਜ ਤਾਈਓ 10ਵੇਂ ਪਾਤਸ਼ਾਹ ਨੇ ਕਿਹਾ ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹਿ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਿ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀਂ ਭੂਪਾ। ਹੁਣ ਆਪੋ ਆਪਣੇ ਸਭਨਾਂ ਦੇ ਖਿਆਲ ਨੇ, ਇਸ ਕਰਕੇ ਉਹ ਸਾਰੇ ਜਾਣੇ ਇਹਨੂੰ ਵੱਖੋ ਵੱਖਰਾ ਮੰਨਦੇ ਨੇ। ਫਿਰ ਮਹਾਰਾਜ ਨੂੰ ਕਹਿਣ ਲੱਗੇ ਵੀ ਏਕਾ ਜਿਹੜਾ ਲਾਇਆ ਤੁਸੀਂ ਕਾਹਦੇ ਲਈ ਲਾਇਆ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅੱਛਾ ਇਉਂ ਦੱਸੋ, ਜਿਹੜਾ ਤੁਸੀਂ ਓਮ ਓਮ ਜਾਪ ਕਰਦੇ ਹੋ ਇਹ ਕਿੰਨੀ ਕੁ ਉੱਚੀ ਆਵਾਜ਼ ਵਿੱਚ ਕਰਨਾ ਚਾਹੀਦਾ? ਸੋ ਕਹਿਣ ਲੱਗੇ ਮਹਾਰਾਜ ਇਹ ਜਿਹੜਾ ਓਮ ਓਮ ਹੈ ਨਾ, ਇਹ ਦੂਜੇ ਨੂੰ ਨਾ ਸੁਣੇ, ਇਹ ਸਿਰਫ ਆਪਣੇ ਕੰਨਾਂ ਤੱਕ ਹੀ ਸੁਣੇ, ਬਸ ਆਪਣੇ ਆਪ ਨੂੰ ਹੀ ਪਤਾ ਲੱਗੇ ਬਹੁਤ ਚੁੱਪ ਕਰਕੇ। ਜੇ ਦੂਜੇ ਨੂੰ ਸੁਣੇ ਤਾਂ ਇਹਨੂੰ ਪਾਪ ਮੰਨਿਆ ਜਾਂਦਾ, ਗੁਨਾਹ ਮੰਨਿਆ ਜਾਂਦਾ, ਵੀ ਦੂਜੇ ਨੂੰ ਨਹੀਂ ਸੁਣਨਾ ਚਾਹੀਦਾ, ਸ਼ਕਤੀ ਘਟਦੀ ਆਪਣੀ। ਸੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅਸੀਂ ਜਿਹੜਾ ਇੱਕ ਲਾਇਆ ਹੈ ਨਾ ਉੱਤੇ ਕਾਰ ਲਾਈ ਹੈ, ਅਸੀਂ ਇਹਨੂੰ ਦਵੈਤ ਮੱਤ ਵਿੱਚੋਂ ਕੱਢ ਕੇ ਅਦਵੈਤ ਵਿੱਚ ਲਿਆਂਦਾ ਹੈ। ਤੇ ਅਦਵੈਤ ਵਿੱਚ, ਅਦਵੈਤ ਦਾ ਮਤਲਬ ਹੈ ਸਾਰਿਆਂ ਲਈ ਸਾਂਝਾ। 7 ਅਰਬ ਆਬਾਦੀ ਹੈ ਜੇ ਸੰਸਾਰ ਦੀ, ਤਾਂ 7 ਅਰਬ ਬੰਦਾ ਹੀ ਕਹਿ ਸਕਦਾ ਇੱਕ ਓੰਕਾਰ, ਉਹ ਵੀ ਗੱਜ ਵੱਜ ਕੇ ਕਹਿ ਸਕਦਾ ਇੱਕ ਓੰਕਾਰ, ਇੱਕ ਓੰਕਾਰ, ਇੱਕ ਓੰਕਾਰ, ਇੱਕ ਓੰਕਾਰ। ਕਹਿੰਦੇ ਇਹ ਤੇ ਕੋਈ ਬੈਨ ਨਹੀਂਗਾ, ਕੋਈ ਟੈਕਸ ਨਹੀਂ, ਕੋਈ ਪਾਪ ਨਹੀਂ, ਕੋਈ ਗੁਨਾਹ ਨਹੀਂ, ਜਿਹੜਾ ਮਰਜ਼ੀ ਕਹੇ। ਖੋਲ ਦਿੱਤਾ ਰਸਤਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾ ਕੋ ਸਾਂਝਾ। ਪੰਗਤੀ ਤਾਂ ਆਪਾਂ ਰੋਜ਼ ਹੀ ਪੜ੍ਹਦੇ ਆਂ, ਪਰ ਇੱਥੋਂ ਆਪਾਂ ਨੂੰ ਪਤਾ ਲੱਗਣਾ ਕਿ ਇਹ ਇੱਕ ਓੰਕਾਰ ਸਾਰਿਆਂ ਲਈ ਸਾਂਝਾ ਕਰ ਦਿੱਤਾ। ਸੋ ਇਸ ਕਰਕੇ ਇਹ ਜਿਹੜੇ ਦੋਨਾਂ ਨੇ ਵੱਖਰੇਵੇਂ ਮੰਨੇ। ਹੁਣ ਸਿੱਧ ਕਹਿਣ ਲੱਗੇ ਮਹਾਰਾਜ ਜਿਹੜਾ ਵਖਿਆਨ ਹੁੰਦਾ ਨਾ, ਵਖਿਆਨ ਕਰਨਾ, ਵਖਿਆਨ ਦੇ 6 ਅੰਗ ਹੁੰਦੇ ਨੇ। 6 ਅੰਗਾਂ ਵਿੱਚੋਂ ਕਈ ਤਾਂ ਤੁਹਾਡੇ ਸਾਨੂੰ ਸਮਝ ਲੱਗੇ ਨੇ, ਪਰ ਕਈ ਅੰਗ ਤੁਹਾਡੇ ਸਮਝ ਨਹੀਂ ਲੱਗੇ। ਇੱਕ ਵਖਿਆਨ ਵਿੱਚ ਸਭ ਤੋਂ ਪਹਿਲਾਂ ਹੁੰਦਾ ਪਦ ਛੇਦ ਕਰਨਾ, ਵਖਿਆਨ ਦਾ ਪਹਿਲਾ ਅੰਗ ਹੈ। ਪਦ ਛੇਦ ਕਰਨ ਦੇ ਨਾਲ ਨਾਲ ਉਹਦੀ ਵਿਉਤਪਤੀ, ਕਿੱਥੋਂ ਉਤਪਤ ਹੋਇਆ, ਇਹ ਤਾਂ ਹੁਣ ਸਾਨੂੰ ਪਤਾ ਲੱਗ ਗਿਆ। ਵਿਉਤਪਤੀ ਏਕੋ ਹੰਗ ਤੋਂ ਓੰਕਾਰ ਬਣਿਆ। ਫਿਰ ਅਨਵੈ, ਤੀਸਰਾ ਅਨਵੈ ਕਰਨਾ, ਇਹ ਵੀ ਸਾਨੂੰ ਪਤਾ ਲੱਗ ਗਿਆ ਕਿ ਇੱਕ ਓੰਕਾਰ ਅਨਵੈ ਕਰਕੇ ਹੈਗਾ। ਓੰਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਹੈ, ਉਹ ਕੇਵਲ ਇੱਕੋ ਇੱਕ ਹੈ। ਸੱਜੇ ਪਾਸੇ ਤੋਂ ਅਰਥ ਨੇ ਖੱਬੇ ਪਾਸੇ ਨੂੰ ਜਾਣਾ, ਜਿਵੇਂ ਕਾਵ ਰੂਪ ਤੋਂ ਵਾਰਤਕ ਵਿੱਚ ਲੈ ਕੇ ਜਾਂਦੇ ਆ ਆਪਾਂ, ਇਹ ਸਾਨੂੰ ਪਤਾ ਲੱਗ ਗਿਆ। ਜਿਵੇਂ ਇੰਗਲਿਸ਼ ਦੀ ਟਰਾਂਸਲੇਸ਼ਨ ਆਪਾਂ ਹਮੇਸ਼ਾ ਕਰਦੇ ਆ, ਪੰਜਾਬੀ ਵਿੱਚ ਉਹ ਬਿਲਕੁਲ ਉਲਟ ਪਾਸੇ ਨੂੰ ਜਾਂਦਾ ਹੁੰਦਾ ਅੱਖਰ, ਤੇ ਪੰਜਾਬੀ ਵਿੱਚੋਂ ਇੰਗਲਿਸ਼ ਬਣਾਉਂਦੇ ਆ ਉਹ ਦੂਜੇ ਪਾਸੇ ਨੂੰ ਜਾਂਦਾ। ਇਸ ਪ੍ਰਕਾਰ ਦੇ ਨਾਲ ਉਲਟ ਦਿਸ਼ਾ ਨੂੰ ਅੱਖਰ ਨੇ ਜਾਣਾ। ਕਈ ਬੋਲੀ ਵਿੱਚ ਉਹ ਅੱਖਰ ਪਹਿਲਾਂ ਆਉਂਦੇ ਨੇ, ਸਾਡੀ ਬੋਲੀ ਵਿੱਚ ਜਿਹੜਾ ਪਹਿਲਾਂ ਆਉਂਦਾ ਉਹ ਉਧਰ ਬਾਅਦ ਚ ਆਉਂਦਾ। ਸੋ ਇਸ ਪ੍ਰਕਾਰ ਦੇ ਨਾਲ ਇਹ ਜਿਹੜਾ ਅਨਵੈ ਕਰਨਾ ਸੀ ਇਹ ਵੀ ਸਾਨੂੰ ਸਮਝ ਲੱਗ ਗਿਆ। ਫਿਰ ਹੁੰਦੇ ਨੇ ਉਹਦੇ ਅਰਥ, ਅਰਥਾਂ ਦਾ ਵੀ ਪਤਾ ਲੱਗਿਆ। ਫਿਰ ਹੁੰਦੇ ਨੇ ਪ੍ਰਸ਼ਨ ਕਰਨਾ ਕਿਸੇ ਨੇ, 5ਵਾਂ 6ਵਾਂ ਹੁੰਦਾ ਉਹਦਾ ਉੱਤਰ ਦੇਣਾ। ਪਰ ਜਿਹੜਾ ਪਦ ਛੇਦ ਕਰਨਾ ਇਹਦਾ ਸਾਨੂੰ ਸਮਝਾਓ ਵੀ ਤੁਸੀਂ ਇੱਕ ਓੰਕਾਰ ਜਿਹੜਾ ਕਿਹਾ ਹੈ, ਇਹ ਇੱਕ ਦਾ ਪਦ ਸਮਝਾਓ, ਇਕੱਲੇ ਦਾ, ਸਾਡੀ ਸਮਝ ਨਹੀਂ ਪਈ ਹੈ। ਓੰਕਾਰ ਨੂੰ ਪਹਿਲਾਂ ਵੱਖਰਾ ਕਰ ਦਿਓ।
ਕੇਵਲ ਇੱਕ ਦਾ ਅਰਥ ਦੱਸੋ ਕੀ ਹੈ। ਇਹ ਤਾਂ ਹੁਣ ਗੁਰੂ ਨਾਨਕ ਸਾਹਿਬ ਹੀ ਦੱਸ ਸਕਦੇ ਆ, ਸਧਾਰਨ ਬੰਦਾ ਜਵਾਬ ਨਹੀਂ ਦੇ ਸਕਦਾ। ਹੁਣ ਮਹਾਰਾਜ ਜੀ ਨੇ ਜਦੋਂ ਜਵਾਬ ਦੇਣਾ ਨਾ, ਹੁਣ ਜਿਵੇਂ ਕੋਈ ਅੰਗਰੇਜ਼ ਬੰਦਾ ਗੱਲ ਕਰੇ ਕਿਸੇ ਅਨਪੜ੍ਹ ਨਾਲ, ਉਹ ਕਹਿੰਦਾ ਮੈਨੂੰ ਤਾਂ ਆਉਂਦੀ ਨਹੀਂ ਅੰਗਰੇਜ਼ੀ, ਫਿਰ ਆਪਾਂ ਹੋਰ ਬੰਦਾ ਬੁਲਾਉਣੇ ਪਏ ਇਹਨੂੰ ਅੰਗਰੇਜ਼ੀ 'ਚ ਸਮਝਾ। ਜੇ ਕੋਈ ਇਸੇ ਪ੍ਰਕਾਰ ਸੰਸਕ੍ਰਿਤ ਵਾਲਾ ਆ ਜੇ ਬੰਦਾ ਆਪਣੇ ਕੋਲ, ਆਪਾਂ ਕਿ ਮੈਨੂੰ ਨਾ ਤੇਰੀ ਸਮਝ ਲੱਗਦੀ ਤੈਨੂੰ ਮੇਰੀ ਨਹੀਂ ਲੱਗਦੀ, ਤੇ ਇਹਨੂੰ ਸਮਝਾ ਵੀ ਸੰਸਕ੍ਰਿਤ ਵਾਲਾ ਬੰਦਾ ਲਿਆਈਏ। ਪਰ ਧੰਨ ਗੁਰੂ ਨਾਨਕ ਦੇਵ 14 ਵਿਦਿਆ ਦੇ ਮਾਲਕ ਨੇ। ਮਹਾਰਾਜ ਕਹਿੰਦੇ ਅੱਛਾ ਇੱਕ ਦਾ ਮਤਲਬ ਤੁਹਾਨੂੰ ਸਮਝਾਉਣੇ ਆ ਪ੍ਰਮਾਣ ਦੇ ਕੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਸਜਾਤੀ ਵਿਜਾਤੀ ਤੇ ਸਵੈਗਤ ਭੇਦ ਪ੍ਰਛੇਦ ਰਹਿਤ ਹੈ ਪ੍ਰਮਾਤਮਾ, ਉਹਦਾ ਨਾਮ ਹੈ ਇੱਕ। ਸਜਾਤੀ ਨਹੀਂ ਉਹਦੇ ਵਿੱਚ ਹੈ। ਸਜਾਤੀ ਜਿਹੜਾ ਹੁੰਦਾ ਸਾ ਜਾਤੀ, ਜਿਵੇਂ ਆਪਣੀ ਜਾਤੀ ਹੈ, ਆਪਾਂ ਵੀ ਬੰਦੇ ਆ, ਦੂਜਿਆਂ ਮੁਲਕਾਂ ਵਿੱਚ ਵੀ ਆਪਣੇ ਵਰਗੇ ਹੀ ਬੰਦੇ ਰਹਿੰਦੇ ਨੇ। ਸਜਾਤੀ ਇੰਗਲੈਂਡ ਵਿੱਚ ਵੀ ਆਪਣੇ ਵਰਗੇ ਹੀ ਰਹਿੰਦੇ, ਅਮਰੀਕਾ ਵਿੱਚ ਵੀ ਆਪਣੇ ਵਰਗੇ ਰਹਿੰਦੇ ਨੇ, ਹਰੇਕ ਦੇਸ਼ ਵਿੱਚ ਇਹ ਆਪਣੀ ਜਾਤੀ ਦੇ ਸਾਰੇ ਲੋਕ, ਜਿੰਨੀ ਆਬਾਦੀ ਹੈ ਸਜਾਤੀ ਕਹਿਲਾਉਂਦੀ ਹੈ। ਪਰ ਕੀ ਪਰਮਾਤਮਾ ਵਰਗਾ ਵੀ ਕੋਈ ਹੋਰ ਕਿਤੇ ਰਹਿੰਦਾ ਹੈ? ਉਹਦੀ ਸਜਾਤੀ ਹੈ ਕੋਈ? ਬੰਦੇ ਦੀ ਸਜਾਤੀ ਤਾਂ ਇੱਥੇ ਆ, ਸਾਰੇ ਆਪਾਂ ਇੱਕ ਦੂਜੇ ਵਰਗੇ ਹੀ ਬੈਠੇ ਆ, ਪਰ ਇੱਥੇ ਸਾਰਿਆਂ ਵਿੱਚ ਇਹ ਕੋਈ ਨਹੀਂ ਕਹਿ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਵਰਗਾ ਆਪਣੇ 'ਚ ਕੋਈ ਬੈਠਾ ਹੋਵੇ। ਪਰਮਾਤਮਾ ਵਰਗਾ ਤਾਂ ਹੋਰ ਕੋਈ ਨਹੀਂ ਹੈ ਕਿਤੇ। ਕਹਿੰਦੇ ਹਾਂ ਮਹਾਰਾਜ ਹੋਰ ਕੋਈ ਨਹੀਂ। ਕਹਿੰਦੇ ਫੇਰ ਹੋਇਆ ਨਾ ਇੱਕ, ਜਦੋਂ ਉਹਦੇ ਵਰਗਾ ਹੋਰ ਕੋਈ ਨਹੀਂ ਤਾਂ ਉਹ ਹੋਇਆ ਨਾ ਇੱਕ। ਕਹਿੰਦੇ ਹਾਂ ਜੀ। ਵਿਜਾਤੀ ਕੀ ਹੋਇਆ? ਵਿਜਾਤੀ ਹੁੰਦਾ ਜਿਵੇਂ ਆਪਣੇ ਤੋਂ ਵੱਖਰੇ ਦਰਖਤ ਨੇ, ਪਸ਼ੂ ਨੇ, ਪੰਛੀ ਨੇ। 84 ਲੱਖ ਜੂਨ 'ਚ 84 ਲੱਖ ਚੀਜ਼ਾਂ ਦਾ ਵਖਰੇਵਾਂ ਹੈ ਇੱਕ ਮਨੁੱਖਾ ਜੂਨ ਨਾਲੋਂ। ਪਰ ਵਾਹਿਗੁਰੂ ਦੇ ਵਿੱਚ ਵਿਜਾਤੀ ਵੀ ਹੈ ਨਹੀਂ ਕੋਈ। ਜੇ ਕਹੀਏ ਕਿ ਵਿਜਾਤੀ ਹੈ ਉੱਥੇ, ਉੱਥੇ ਸਿਰਫ ਇੱਕੋ ਹੀ ਇੱਕ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਅਸੀਂ ਇਹ ਕਹਿੰਦੇ ਆ ਕਿ ਜਿਵੇਂ ਹੁਣ ਬੰਦਾ ਸੀ ਪਹਿਲਾਂ, ਸਾਇੰਸਦਾਨ ਕਹਿੰਦੇ ਨੇ ਪਹਿਲਾਂ ਜਿਹੜਾ ਬੰਦਾ ਸੀ ਅੱਜ ਤੋਂ ਲੱਖਾਂ ਸਾਲ ਪਹਿਲਾਂ ਇਹਨੂੰ ਪੂਛ ਲੱਗੀ ਹੋਈ ਸੀ, ਇਹ ਬਣ ਮਾਣੂ ਦਾ ਰੂਪ ਸੀ। ਸੋ ਹੌਲੀ 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 ਕਰਦਿਆਂ ਕੋਈ ਸਮਾਂ ਸੀ ਬੰਦਿਆਂ ਨੂੰ ਖੰਭ ਵੀ ਲੱਗੇ ਹੁੰਦੇ ਸੀ। ਇਹ ਹੁਣ ਬੜੀਆਂ ਲੱਖਾਂ ਸਾਲਾਂ ਪੁਰਾਣੀਆਂ ਗੱਲਾਂ ਨੇ। ਹੌਲੀ ਹੌਲੀ ਇਹਦੇ 'ਚ ਸੁਧਾਰ ਹੋ ਗਿਆ। ਪਹਿਲਾਂ ਬੰਦੇ ਦੇ ਸਾਰੇ ਸਰੀਰ ਤੇ ਵੱਡੇ ਵੱਡੇ ਵਾਲ ਹੁੰਦੇ ਸੀ ਰਿੱਛ ਵਰਗੇ, ਹੌਲੀ ਹੌਲੀ ਉਹ ਵੀ ਸੁਧਾਰ ਹੋ ਗਿਆ ਕਿ ਵਿਜਾਤੀ। ਪਰ ਪਰਮਾਤਮਾ ਜਿਹੜਾ ਹੈ ਉਹ ਨਿਰਮਲ ਹੈ, ਇੱਕੋ ਹੀ ਹੈ, ਉਹਦੀ ਹੋਰ ਦੂਜੀ ਕੋਈ ਵਿਜਾਤੀ ਨਹੀਂ ਹੈ, ਉਹ ਕੇਵਲ ਇੱਕੋ ਇੱਕ ਹੈ। ਇਸ ਕਰਕੇ ਉਹਨੂੰ ਕਹਿੰਦੇ ਨੇ ਆਪਾਂ ਤਾਂ ਹੁਣ ਪਹਿਲਾਂ ਹੋਰ ਸੀ ਨਾ, ਵਾਲਾਂ ਵਾਲੇ ਪੂਛ ਵਾਲੇ, ਕਿਵੇਂ ਨਾ ਕਿਵੇਂ, ਪਤਾ ਨਹੀਂ ਆਉਣ ਵਾਲੇ ਸਮੇਂ ਨੂੰ ਕਹੇ ਜੇ ਬਣ ਜਾਈਏ। ਇਹ ਵੀ ਉਹਦੀ ਲੀਲਾ ਦਾ ਕੋਈ ਅੰਤ ਨਹੀਂ। ਪਰ ਦੇਖੋ ਵਿਜਾਤੀ ਉਹ ਕਿਵੇਂ ਹੈ? ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਉਹ ਦੇਖੋ ਚਾਰਾਂ ਰੂਪਾਂ ਵਿੱਚ, ਚਾਰਾਂ ਸਮਿਆਂ ਵਿੱਚ ਇੱਕੋ ਹੀ ਹੈ, ਉਹ ਵਿਜਾਤੀ ਨਹੀਂ। ਇਹ ਨਹੀਂ ਕਹਿ ਸਕਦੇ ਕਿ ਰੱਬ ਪਹਿਲਾਂ ਇਸ ਤਰ੍ਹਾਂ ਸੀ ਹੁਣ ਇਸ ਤਰ੍ਹਾਂ ਹੋ ਗਿਆ ਫਿਰ ਇਸ ਤਰ੍ਹਾਂ ਹੋ ਗਿਆ। ਇਹ ਨਹੀਂ ਕਹਿ ਸਕਦੇ ਕਿ ਪਹਿਲਾਂ ਬੱਚਾ ਸੀ ਫਿਰ ਉਹ ਬੁੱਢਾ ਸੀ ਫਿਰ ਉਹ ਬਜ਼ੁਰਗ ਹੋ ਗਿਆ ਫਿਰ ਚੜ੍ਹਾਈ ਕਰ ਗਿਆ ਫਿਰ ਉਹਦੀ ਜਗ੍ਹਾ ਹੋਰ ਗੱਦੀ ਤੇ ਬਹਿ ਗਿਆ ਫਿਰ ਉਹਦੇ ਲੜਕੇ ਨੂੰ ਵੀ ਰੱਬ ਕਿਹਾ। ਮਹਾਰਾਜ ਕਹਿੰਦੇ ਉਹਦੀ ਕੋਈ ਵਿਜਾਤੀ ਦੱਸੋ ਹੈ? ਕਹਿੰਦੇ ਨਾ ਮਹਾਰਾਜ। ਕਹਿੰਦੇ ਫਿਰ ਇੱਕ ਹੈ ਨਾ ਉਹ? ਕਹਿੰਦੇ ਹਾਂ ਜੀ ਫਿਰ ਤਾਂ ਹੈ ਹੀ ਇੱਕ। ਮਹਾਰਾਜ ਜੀ ਤਾਂ ਤਸੱਲੀ ਨਾਲ ਉੱਤਰ ਦੇ ਕੇ ਇੱਕ ਵਾਰੀ ਨਿਰੁੱਤਰ ਕਰਦੇ ਨੇ ਹਰੇਕ ਨੂੰ, ਇਹਦਾ ਕੋਈ ਜਵਾਬ ਨਹੀਂ ਹੈ ਕਿਸੇ ਕੋਲੇ। ਫਿਰ ਸਤਿਗੁਰੂ ਕਹਿੰਦੇ ਸਵੈਗਤ ਭੇਦ ਰਹਿਤ ਹੈ ਵਾਹਿਗੁਰੂ। ਸਵੈਗਤ ਭੇਦ, ਸਵੈ ਆਪਣੇ ਆਪ ਤੋਂ ਗਤ ਪ੍ਰਾਪਤ ਹੋਣਾ। ਜਿਵੇਂ ਇੱਕ ਬੂਟਾ ਦਰਖਤ ਬੀਜ ਬੀਜਦੇ ਆ, ਉਹਦੇ ਵਿੱਚੋਂ ਹੀ ਤਣਾ ਨਿਕਲਦਾ, ਟਾਹਣੀਆਂ ਨਿਕਲਦੀਆਂ, ਪੱਤੇ, ਫੁੱਲ, ਫਲ। ਕੀ ਵਾਹਿਗੁਰੂ ਵਿੱਚੋਂ ਵੀ ਇਸ ਤਰ੍ਹਾਂ ਹੀ ਨਿਕਲਦਾ? ਕਿ ਉਹਦੇ ਵਿੱਚੋਂ ਵੀ ਇਸ ਤਰ੍ਹਾਂ ਹੀ ਨਿਕਲਦੀਆਂ ਚੀਜ਼ਾਂ? ਕਹਿੰਦੇ ਨਹੀਂ ਮਹਾਰਾਜ, ਉਹਦੇ ਵਿੱਚੋਂ ਇਸ ਤਰ੍ਹਾਂ ਨਿਰਗੁਣ ਸਰੂਪ ਵਿੱਚ ਕੁਝ ਨਹੀਂ ਹੈ।
ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਵੇਂ ਬੰਦਾ ਹੈ, ਬੰਦੇ ਦੇ ਵਿੱਚ ਦੇਖੋ ਅੱਖ, ਨੱਕ, ਹੱਥ, ਪੈਰ ਸਭ ਕੁਝ ਹੈ, ਪਰ ਉਹਦੇ ਵਿੱਚ ਤਾਂ ਨਹੀਂ ਹੈ ਕੁਝ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ਼ ਅਮਿਤ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹ ਸਾਹਾਨ ਗਣਿਜੈ ਤੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਣਤ ਸਮਤ। ਵਾਹਿਗੁਰੂ ਵਿੱਚ ਸਵੈਗਤ ਭੇਦ ਨਹੀਂ ਹੈ। ਉਹਦੇ ਵਿੱਚ ਨਾ ਅੱਖਾਂ ਨੇ, ਨਾ ਉਹਦੇ ਚ ਕੰਨ ਆਪਣੇ ਵਾਂਗੂ ਦੇਖਣ ਨੂੰ, ਨਾ ਹੱਥ ਪੈਰ ਨੇ, ਪਰ ਫੇਰ ਵੀ ਉਹ ਦੇਖਦਾ ਹੈ, ਪਰ ਫੇਰ ਵੀ ਉਹ ਸੁਣਦਾ ਹੈ। ਇਹ ਅਜੀਬ ਗੱਲ ਹੈ। ਸਵੈਗਤ ਭੇਦ ਰਹਿਤ ਹੈ ਉਹ ਪ੍ਰਕਾਸ਼ ਰੂਪ, ਹੱਥ ਪੈਰ ਉਹਦਾ ਕੋਈ ਨਹੀਂ ਹੈ, ਪਰ ਫੇਰ ਵੀ ਪੈਰ ਉਹਨੂੰ ਤਾਂ ਨਹੀਂ ਕਿ ਉਹਨੇ ਜਾਣਾ ਹੀ ਨਹੀਂ ਕਿਤੇ, ਕਿਉਂਕਿ ਸਰਬ ਵਿਆਪਕ ਹੈ। ਹੱਥਾਂ ਤੋਂ ਬਿਨਾਂ ਹੀ ਕੰਮ ਕਰ ਦਿੰਦਾ ਹੈ, ਕੰਨਾਂ ਤੋਂ ਬਿਨਾਂ ਹੀ ਸੁਣ ਲੈਂਦਾ ਹੈ। ਇਸ ਕਰਕੇ ਇਹ ਜਿਹੜੇ ਤਿੰਨ ਭੇਦ ਨੇ, ਇਹ ਤਿੰਨ ਭੇਦ ਸ੍ਰਿਸ਼ਟੀ ਵਿੱਚ ਹਨ, ਇਹ ਤਿੰਨ ਭੇਦ ਮਾਇਆ ਵਿੱਚ ਹਨ। ਵਾਹਿਗੁਰੂ ਹੈ ਇੱਕ, ਕਹਿੰਦੇ ਹੈਗਾ ਜੀ ਇੱਕੋ ਹੀ ਆ ਉਹ ਸਿਰਫ, ਕਿਉਂਕਿ ਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਹੋਣ ਕਰਕੇ ਉਹ ਹੈ ਇੱਕ। ਹਲੇ ਤਾਂ ਇੱਕ ਦਾ ਹੀ ਭਾਵ ਦੱਸ ਰਹੇ ਗੁਰੂ ਨਾਨਕ ਦੇਵ ਜੀ। ਫਿਰ ਮਹਾਰਾਜ ਕਹਿੰਦੇ ਦੇਸ਼ ਕਾਲ ਵਸਤੂ ਰਹਿਤ ਹੈ ਵਾਹਿਗੁਰੂ। ਕਹਿੰਦੇ ਮਹਾਰਾਜ ਇਹ ਵੀ ਸਾਨੂੰ ਸਮਝਾ ਦਿਓ। ਮਹਾਰਾਜ ਕਹਿੰਦੇ ਦੇਸ਼ ਉਹਦਾ ਕਿਹੜਾ? ਹਿੰਦੁਸਤਾਨ ਹੈ, ਜਾਂ ਕੋਈ ਮਾਝਾ ਮਾਲਵਾ ਹੈ, ਜਾਂ ਕੋਈ ਇੰਗਲੈਂਡ 'ਚ ਰਹਿੰਦਾ ਉਹ, ਜਾਂ ਕੋਈ ਚੀਨ 'ਚ ਰਹਿੰਦਾ ਹੈ, ਕਿੱਥੇ ਰਹਿੰਦਾ ਹੈ? ਕਹਿੰਦੇ ਮਹਾਰਾਜ ਉਹ ਤਾਂ ਸਰਬ ਵਿਆਪਕ ਹੈ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਨੇ ਕਿ ਸਰਬੱਤਰ ਦੇਸਾ ਹੈ ਕਿ ਸਰਬੱਤਰ ਭੇਸਾ ਹੈ। ਕਹਿੰਦੇ ਉਹ ਤਾਂ ਸਾਰੇ ਹੀ ਦੇਸ਼ਾਂ ਵਿੱਚ ਹੈ, ਉਹਦੇ ਲਈ ਕੋਈ ਹੱਦ ਬੰਨਾ ਨਹੀਂ ਹੈ, ਪਾਸਪੋਰਟ ਦੀ ਲੋੜ ਨਹੀਂ ਪੈਂਦੀ ਉਹਨੂੰ, ਵੀਜ਼ਾ ਨਹੀਂ ਲਵਾਉਂਦਾ ਉਹ ਕਿ ਮੈਂ ਉੱਥੇ ਜਾਣਾ ਜੀ ਮੈਨੂੰ ਜਾਣ ਦਿਓ। ਉਹ ਤਾਂ ਤਿੰਨਾਂ ਲੋਕਾਂ ਦੇ ਵਿੱਚ ਵਿਆਪਕ ਹੋਣ ਕਰਕੇ ਉਹਦਾ ਕੋਈ ਦੇਸ਼ ਨਹੀਂ ਹੈ। ਨਮੋ ਸਰਬ ਦੇਸੈ ਨਮੋ ਸਰਬ ਭੇਸੈ, ਸਾਰਿਆਂ ਦੇਸ਼ਾਂ ਵਿੱਚ ਹੀ ਤੈਨੂੰ ਨਮਸਕਾਰ ਹੈ, ਤੂੰ ਸਾਰਿਆਂ ਭੇਸ਼ਾਂ ਵਿੱਚ ਤੈਨੂੰ ਨਮਸਕਾਰ। ਫਿਰ ਕਹਿਣ ਲੱਗੇ ਮਹਾਰਾਜ ਦੱਸੋ, ਹੋਰ ਵੀ ਦੱਸੋ ਸਾਨੂੰ ਕਿ ਉਹ ਇੱਕ ਕਿਵੇਂ ਹੈ। ਮਹਾਰਾਜ ਕਹਿੰਦੇ ਪਹਿਲਾਂ ਤਾਂ ਮੇਰੀ ਇਸ ਗੱਲ ਦਾ ਜਵਾਬ ਦਿਓ ਕਿ ਉਹਦਾ ਕੋਈ ਦੇਸ਼ ਹੈ? ਬੰਦਿਆਂ ਦੇ ਤਾਂ ਦੇਸ਼ ਹੁੰਦੇ ਨੇ ਨਾ। ਕਹਿੰਦੇ ਹਾਂ ਜੀ ਬੰਦਿਆਂ ਦੇ ਤਾਂ ਦੇਸ਼ ਹੈਗੇ, ਪਰ ਉਹਦਾ ਕੋਈ ਦੇਸ਼ ਨਹੀਂ। ਕਹਿੰਦੇ ਫਿਰ ਉਹ ਇੱਕ ਹੋਇਆ ਨਾ, ਕਿਉਂਕਿ ਇੱਕੋ ਹੀ ਸਰਬ ਵਿਆਪਕ ਹੈ। ਬੰਦਿਆਂ ਦੇ ਜਿਹੜੇ ਸਰੀਰ ਹੁੰਦੇ ਨੇ ਇਹ ਅੱਜ ਇੱਥੇ ਆ, ਕੱਲ ਨੂੰ ਬੰਦਾ ਨਾਭੇ ਚਲਾ ਗਿਆ, ਪਰਸੋਂ ਨੂੰ ਬੰਦਾ ਬੰਬੇ ਚਲਾ ਗਿਆ, ਚਾਹੋ ਉਹ ਇੱਕ ਸਰੀਰ ਇੱਕ ਥਾਂ ਇੱਕੋ ਵੇਲੇ ਹੀ ਘੁੰਮ ਸਕਦਾ। ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਕਸ਼ਮੀਰ 'ਚ ਗਏ, ਉੱਥੇ ਪੰਡਤ ਨਾਲ ਚਰਚਾ ਹੋਈ। ਜਦ ਪੰਡਤ ਨੇ ਦੇਖਿਆ ਤਾਂ ਬੜੇ ਪਹੁੰਚੇ ਹੋਏ ਨੇ, ਮਹਾਰਾਜ ਦੇ ਚਰਨਾਂ ਤੇ ਡਿੱਗ ਕੇ ਕਹਿਣ ਲੱਗਿਆ ਤੁਸੀਂ ਬ੍ਰਹਮ ਗਿਆਨੀ ਹੋ। ਗੁਰੂ ਨਾਨਕ ਦੇਵ ਜੀ ਹੁਣ ਕਦ ਮੰਨਦੇ ਨੇ ਆਪਣੇ ਆਪ ਨੂੰ? ਉਹ ਤਾਂ ਨਿਮਰਤਾ ਦੇ ਪੁੰਜ ਨੇ। ਮਹਾਰਾਜ ਕਹਿੰਦੇ ਬ੍ਰਹਮ ਦਾ ਗਿਆਨ ਤਾਂ ਕੇਵਲ ਬ੍ਰਹਮ ਨੂੰ ਹੋ ਸਕਦਾ ਹੈ। ਇੱਕ ਦੇਸੀ ਸਰੀਰ ਨੂੰ ਬ੍ਰਹਮ ਦਾ ਗਿਆਨ ਨਹੀਂ ਹੋ ਸਕਦਾ ਹੈ। ਮੈਂ ਤਾਂ ਇੱਥੇ ਹੀ ਖੜਾ ਹਾਂ ਬਸ। ਵੈਸੇ ਤਾਂ ਆਪ ਗੁਰੂ ਨਾਨਕ ਦੇਵ ਜੀ ਸਰਬ ਵਿਆਪਕ ਨੇ, ਪਰ ਕਿਉਂਕਿ ਉਹਨਾਂ ਨੇ ਰੂਪ ਉਹ ਜਿਹਾ ਧਾਰਿਆ, ਆਮ ਬੰਦੇ ਨੂੰ ਸਮਝਾਉਣ ਲਈ ਕਹਿੰਦੇ ਨੇ। ਕਹਿੰਦੇ ਭਰਾਵਾ ਮੈਂ ਤਾਂ ਇੱਥੇ ਹੀ ਖੜਾ ਹਾਂ, ਇਸ ਟਾਈਮ ਮੈਂ ਜੇ ਕਸ਼ਮੀਰ ਵਿੱਚ ਹਾਂ ਤਾਂ ਮੈਂ ਫਲਾਣੇ ਥਾਂ ਤੇ ਨਹੀਂ ਹਾਂ, ਮੈਂ ਉੱਥੇ ਨਹੀਂ ਹਾਂ, ਮੈਂ ਉੱਥੇ ਨਹੀਂ ਹਾਂ। ਕਹਿੰਦੇ ਪਰਮੇਸ਼ਰ ਸਰਬ ਵਿਆਪਕ ਹੈ, ਫਿਰ ਮੈਂ ਉਹਦੇ ਬਰਾਬਰ ਕਿਵੇਂ ਚਲੇ ਗਿਆ? ਮੈਂ ਬ੍ਰਹਮ ਗਿਆਨੀ ਕਿਵੇਂ ਬਣ ਗਿਆ? ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਨੂੰ ਇਸੇ ਕਰਕੇ ਆਪਾਂ ਕਹਿੰਦੇ ਆ ਕਿ ਵਾਹਿਗੁਰੂ ਦੇਸ਼ ਤੋਂ ਬਿਨਾਂ ਹੈ, ਵਾਹਿਗੁਰੂ ਪੁਰੀਆਂ ਤੋਂ ਰਹਿਤ ਹੈ। ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ ਉਹ ਆਪੋ ਆਪਣੀਆਂ ਪੁਰੀਆਂ 'ਚ ਮੌਜਾਂ ਕਰਦੇ ਨੇ। ਕੋਈ ਕਹਿੰਦਾ ਜੀ ਵਿਸ਼ਨੂੰ ਜੀ ਸਮੁੰਦਰ 'ਚ ਵਾਸ ਕਰਦੇ ਨੇ, ਕੋਈ ਕਹਿੰਦਾ ਫਲਾਨਾ ਦੇਵਤਾ ਫਲਾਣੇ ਥਾਂ ਵਾਸ ਕਰਦਾ ਹੈ, ਕੋਈ ਕਹਿੰਦਾ ਉਹ ਪੂਰਬ ਦਿਸ਼ਾ 'ਚ ਫਲਾਨਾ ਦੇਵਤਾ ਵਾਸ ਕਰਦਾ, ਪੱਛਮ ਦੇ 'ਚ ਫਲਾਨਾ ਕਰਦਾ। ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅਲਹ ਮੁਕਾਮਾ। ਸਾਰਿਆਂ ਦਾ ਵੱਖੋ ਵੱਖਰਾ ਵਾਸਾ ਹੈ। ਇਹ ਤਾਂ ਬੜੀ ਦੂਰ ਤੱਕ ਚਲਿਆ ਜਾਂਦਾ ਕੰਮ। ਇਹ ਤਾਂ ਦਰਖਤਾਂ ਤੇ ਵੱਖੋ ਵੱਖਰਿਆਂ ਦਾ ਵਾਸਾ ਹੁੰਦਾ ਇਹਨਾਂ ਦਾ। ਬੇਰੀ ਤੇ ਕਿਸੇ ਦਾ ਹੋਰ ਵਾਸਾ ਰਹਿੰਦਾ, ਪਿੱਪਲ ਤੇ ਕਿਸੇ ਦਾ ਹੋਰ ਵਾਸਾ ਰਹਿੰਦਾ। ਇਹ ਤੇ
पर वाहिगुरु ਲਈ ਆਪਾਂ ਕਹਿ ਸਕਦੇ ਹਾਂ कि ਸਰਬੱਤਰ ਦੇਸਾ ਹੈ। केवल तू आप ही सर्व व्यापक है, होर कोई भी सर्व व्यापक ना होने करके तैनू असी कहते हाँ एक ओंकार, एक है तू केवल आद अंत एक है अवतारा, सोई गुरु समझियो हमारा, नमस्कार तिसी ही को हमारी, सकल प्रजा जिन आप सवारी। सो महाराज सच्चे पातशाह कहन लगे फिर वो काल तो रहत है, काल भाव समा। ਆਪਾਂ कहने संसार ਦੇ अंदर फलाने ने सवेरे जन्म लिया, वो दोपहरे जम्मिया है, शाम ਨੂੰ जम्मिया है, कोई रात ਨੂੰ जन्म ਲੈਂਦਾ है। फिर कहने फलाना बंदा रात चढ़ाई कर गया, फलाना शाम ਨੂੰ चढ़ाई कर गया। समय अनुसार हरेक बंदा जन्मदा ते मरदा है, पर वाहिगुरु दे विच कोई समा नहीं है, क्योंकि उस समय तो बाहर है, अविनाशी है, काल तो रहत है, मौत तो रहत है, समय तो रहत है वाहिगुरु। इस करके सिद्धो ਉਹਨੂੰ ਤੁਸੀਂ ਦੱਸੋ ਤੁਸੀਂ जन्म लिया ना? ਕਹਿੰਦੇ हाँ जी। ਤੇ ਇਹਨਾਂ ਦਾ ਵੀ ਸਮਾਂ ਹੈ ਨਾ, ਬ੍ਰਹਮਾ ਵਿਸ਼ਨੂੰ ਮਹੇਸ਼ ਦਾ ਵੀ। ਕਹਿੰਦੇ हाँ जी। ਇਹ ਜਾਣਗੇ ਵੀ? ਕਹਿੰਦੇ ਜਾਣਗੇ ਵੀ ਮਹਾਰਾਜ, ਇਹਨਾਂ ਦੀਆਂ ਵੀ ਉਮਰਾਂ ਨੇ। ਕਹਿੰਦੇ ਫੇਰ ਤੁਸੀਂ ਇਹਨੂੰ ਬ੍ਰਹਮ ਕਿਵੇਂ ਕਹੀ ਜਾਂਦੇ ਹੋ? ਉਹ ਜਿਨ੍ਹਾਂ ਨੇ ਖਤਮ ਹੋ ਜਾਣਾ ਉਹਨਾਂ ਨੂੰ ਬ੍ਰਹਮ ਕਿਉਂ ਕਹਿੰਦੇ ਹੋ? ਬ੍ਰਹਮ ਤਾਂ ਕਦੇ ਖਤਮ ਹੀ ਨਹੀਂ ਹੁੰਦਾ, ਬ੍ਰਹਮ ਤਾਂ ਕਦੇ ਜਨਮ ਹੀ ਨਹੀਂ ਲੈਂਦਾ। ਮਹਾਰਾਜ ਕਹਿੰਦੇ ਨਾਲੇ ਤੁਸੀਂ ਕਹਿੰਦੇ ਹੋ ਵੀ ਜਿੰਨੇ 100 ਸਾਲ ਮਨੁੱਖ ਦੀ ਉਮਰ, ਇਹ ਫਿਰ ਇਹਦੇ ਬਰਾਬਰ ਇੰਦਰ ਦਾ ਇੱਕ ਦਿਨ, 100 ਸਾਲ ਫਿਰ ਮਨੁੱਖ ਦੀ ਉਮਰ, ਫਿਰ ਇੱਕ ਰਾਤ ਬਤੀਤ ਹੁੰਦੀ ਇੰਦਰ ਦੀ। ਇਸ ਤਰ੍ਹਾਂ ਇੰਦਰ ਦਾ 100 ਸਾਲ, फिर ब्रह्मा का, फिर विष्णु का, फिर शिव जी का। गिणते हो ना इन्हों की गिणती, ये समय विच ने ना? कहने हाँ जी। तो माया का कितना समा गुजरता है? कहने एक छिन गुजरता। माया भी समय विच है, पर धन अकाल पुरख समय तो बाहर ने, इस करके उन्होंने कहने फिर दसो हुण है ना इको एक हो? कहने हाँ जी, इको एक वाहिगुरु ही है जिहड़ा समय विच नहीं आउंदा। बाकी सब कोई समय अनुसार जन्मदा है, समय अनुसार मरदा है, हर कोई चीज़ समय विच बन्नी हुई है। वाहिगुरु समय विच बन्निया नहीं होया, क्योंकि उत्थे समा है ही नहीं। धरती ते 24 घंटे विच आपां देखदे हां रात अते दिन बनदा, चंद्रमा ते महीने बाद एक रात पैंदी है। जे कोई ये बंदा कहे भी सूरज ते कदों रात पैंदी है, सूरज ते कदे रात पैंदी देखी तुसीं? सूरज एको रुत अनेक, नानक करते के केते वेस। सूरज उत्ते गर्मी सर्दी पतझड़ बसंत रुत नहीं है, उत्थे केवल गर्मी है, उत्थे केवल प्रकाश है। सूरज उत्ते रात दिन नहीं है, केवल दिन है। इस करके वाहिगुरु विच समा नहीं है। वाहिगुरु इस करके की है? एक है, ਇਹਦਾ ਭਾਵ यही है। एक लिखण ਦਾ ਸਾਡਾ मतलब यही है। समझे? कहते हाँ महाराज समझ गए। कहते फिर तीजी चीज हुंदी है वस्तु। वस्तु किहनूं कहंदे ने? उपाधि नूं। उपाधि खड़ी हो जानी, जिवें हवा दे ਚੱਲਣ ਤੋਂ पानी 'ਚ लहरां हो गईयां, ਇਹਨੂੰ ਆਪਾਂ उपाधि कहने हैं। सो जिवें आपां नूं उपाधि खड़ी हो जाती है, कोई ना कोई आदि व्याधि उपाधि। उपाधि चंगे भले बैठे बुखार हो गया, उपाधि खड़ी हो गई, सट लग गई, फोड़ा फिंसी हो गया, ये उपाधि है। पर अकाल पुरख दे विच कोई उपाधि नहीं है। सो इस करके वो वस्तु तो रहत है। इत्थे आके दो हिस्से हो जाने हैं, एक जीव एक ईश्वर, दो हिस्से बनते ने। ये जिन्हों आप ईश्वर कहने या ईश्वर कहने वो परमेश्वर नहीं है। वो परमेश्वर माया संयुक्त जदों हुंदा उदों उहदा नाम बनदा ईश्वर। पहला जदों विआह नहीं हुंदा उदों तां उहनूं लड़का ही कहंदे ने जां बंदा। शादी हो गई उहनूं पति कहंदे ने। बदल गया ना, पत्नी बन गई। पहला लड़की सी,
बाल बच्चे हो गए तो पिता जी बन गया, हुण माता जी बन गए ने, बदलते जाते हैं। प्रणंगवाद कहते हैं इहनूं, एक चीज ने बदल जाना अपना रूप, फिर दोबारा उस रूप विच ना आउणा। दुध तो दही बनिया पर दही तो वापस दुध नहीं बनता। दही तो आप फिर लस्सी बना लो, फिर दही नहीं बनता। उन्होंने रिड़क लो, मक्खण बन गया, पर बाद विच वो फिर दुध नहीं बन सकता। घ्यो का दुध नहीं बनता, घ्यो घ्यो ही रहिंदा। पर वाहिगुरु खेल खेल अखेल खेलन अंत को फिर एक है, वो प्रणंगवाद कहते ने। इस करके वो मुड़ के अपने स्वरूप विच ही आ जाता। महाराज कहते ने ईश्वर जिहड़ा है, ईश्वर बारे आपां समझ लईए भी ईश्वर कौन है। जदों परमेश्वर ने यह संकल्प किया कि मैं एक तो बहुते रूप हो जावां, इस इच्छा का नाम ही माया है। इस इच्छा नूं कहने आपां माया। ते माया जिहड़ी है, माया ने अगे 3 गुण नूं जन्म दिता, रजो गुण, तमो गुण, सतो गुण। फिर परमेश्वर ने इस जीव नूं बनाया माया दे राही। ਜਿਹੜੇ जीव दे विच शुद्ध सतोगुण, माया, जमा परमेश्वर की जोत, ये 3 चीज़ां हुंदियां ने ना, वो प्रबल जीव ही ईश्वर कहाउंदा है। वो प्रबल जीव का नाम ईश्वर है, वही सृष्टि की रचना करता है। निकलदा वो ब्रह्म विचों ही है, पर शुद्ध सतोगुण ते माया ते परमेश्वर की प्रबल अंश होने करके ईश्वर कहा के सृष्टि की रचना कर दिंदा। हैगे तो आपां भी जीव ही हैं, पर अपने अंदर की है, अपने अंदर शुद्ध सतोगुण नहीं है, अपने अंदर रजो तमो सतो तीनों ही ने। अते देवतियां दे विच जिहड़े देवते बनते हैं उहदे तो ये भी माया नहीं बनाए ने। ये रजो तमो सतो तो 3 देवते बनाते, उकार मकार आकार, जिहड़े आपां कल विचार कीते सी। ते इसे प्रकार जिहड़े आपां जीव बने आ, अपने विच सतोगुणी तो कोई कोई बंदा हुंदा, रजोगुणी तमोगुणी होने करके जिन्हां विच पूरा पूरा ही तमोगुण है वो दैंत बन जाते हैं। जिन्हां दे विच थोड़ा बहुत तमोगुण ते कुछ ऐसा गुण है कि बहुते पाप इकट्ठे हो गए 10% पुण्य, वो फिर जन्म लेंदे ने डंगरां दे विच। इस प्रकार ये सारी सृष्टि की रचना है। 5 तत्तां तो 25 प्रकृतियां बना के रचना बनाई है परमेश्वर ने। सो अपना तो विषा चल रहा सीगा कि वो वाहिगुरु जिहड़ा है वो जीव नूं जिहड़ा बनाया उस परमेश्वर ने, ਇਹਦੇ ਵਿੱਚ ਆਪਾਂ देख रहे वस्तु। वस्तु का मतलब है उपाधि। जीव दे विच 3 उपाधियां ने। काहदे करके ये व्यष्टि उपाधि हुंदी माया दी। एक व्यष्टि उपाधि उहनूं कहंदे ने जिवें कल्ला कल्ला दरख्त होवे, कल्ले कल्ले बूटे नूं आपां कहने इन्ने बृछ खड़े ने, ये आड़ू है, अंब है, ये फलाना बूटा है, फलाना है। पर समुचे रूप विच आपां उहनूं कहने बाग। हुण नहीं कहंदा ये अंब है, आड़ू है। समुचे रूप विच आपां उहनूं बाग कहने आ। बाग नूं कहने माया दी समष्टि उपाधि। इस करके व्यष्टि उपाधि विच कल्ला कल्ला। तो व्यष्टि उपाधि दे विच 3 चीज़ां आ जांदियां ने। एक जीव जिहड़ा है विश्व नामे जीव, एक तेजस्व ते एक प्राज्ञा। औखा तो लगूगा तुहानूं, पर आ जाऊगी समझ बाद विच, हौली हौली आ जाती है। विश्व नामे जीव आपां ये अपने च 3 उपाधियां ने। हुण आपां जागृत अवस्था विच बैठे हैं। जिहड़ा जागृत अवस्था का अभिमानी है, जिहड़ा कहना मैं जागदा बैठा, मैं देख रहा, मैं सुन रहा, मैं जा रहा, मैं खा रहा, मैं पी रहा, ये विश्व नामे जीव आपां नूं अंदरों जणाउंदा। ये जीव दीयां 3 अवस्थावां ने। जिहड़ा इस टाइम कहना मैं जागदा हाँ, अच्छा जागदा है, सब कुछ देखदा, हाँ मैं देखदा। सौ गया, हुण बैठा बैठा सौ गया, कित्थे चला गया सी, कहने मैनूं सुपना देखिया। मैं तू तो सुत्ता पिया सी, तू सुपना किवें देख लिया? चलो जागदिया होया तो तू देखदा सी, तेरियां